ਵਿਚਾਰੀ ਤਪਰਿ ਉਪਕਾਰੀ ਤਪਰਿ ਉਪਕਾਰੀ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪ੍ਰਸੰਗ ਹੈ ਵਿਦਿਆ ਸੰਸਕਾਰ। ਗੁਰ ਪ੍ਰਸਾਦੀ ਵਿਦਿਆ ਵਿਚਾਰੈ, ਪੜ੍ਹ ਪੜ੍ਹ ਪਾਵਹਿ ਮਾਨ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਮਨ ਸਮਝਾਵਨ ਕਾਰਨੇ ਕਛੁਅਕ ਪੜ੍ਹਿਆ ਗਿਆਨ। ਮਾਤਾ ਪਿਤਾ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਵਿਦਿਆ ਜ਼ਰੂਰ ਪੜ੍ਹਾਉਣ। ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ। ਦੋਏ ਦੋਏ ਲੋਚਨ ਸਰਬਾਨਾ, ਵਿਦਵਾਨਾ ਤਰਈ ਲੋਚਨਾ। ਪੰਡਤਾਨਾ ਸਪਤਾਨਾ, ਬ੍ਰਹਮ ਗਿਆਨੀ ਅਨੰਤ ਲੋਚਨਾ। ਵਿਦਿਆਹੀਣ ਪੁਰਸ਼ ਪਸ਼ੂ ਤਰ੍ਹਾਂ ਹੈ, ਸੋ ਵਿਦਿਆ ਪੜ੍ਹਨੀ ਹਰੇਕ ਪ੍ਰਾਣੀ ਮਾਤਰ ਲਈ ਜ਼ਰੂਰੀ ਹੈ। ਉਹ ਮਾਪੇ ਵੱਡੇ ਦੁਸ਼ਮਣ ਹੁੰਦੇ ਹਨ ਜੋ ਔਲਾਦ ਨੂੰ ਵਿਦਿਆ ਨਹੀਂ ਪੜ੍ਹਾਉਂਦੇ। ਬਹੁ ਗੁਣੀ ਅਲਾਵਹਿ ਸੁਤ ਨ ਪੜ੍ਹਾਵਹਿ, ਸੋ ਸ਼ਤਰੂ ਸਮਤਾਤ। ਸ਼ੋਭਾ ਨਹਿ ਪਾਵਹਿ ਮਤ ਨਹਿ, ਆਵਹਿ ਜਗ ਮੈਂ ਇਹ ਵਿਖਿਆਤ। ਸ੍ਰੀ ਗੁਰੂ ਨਾਨਕ ਪ੍ਰਕਾਸ਼। ਜਦੋਂ ਬੱਚਾ ਪੜ੍ਹਨ ਯੋਗ ਹੋ ਜਾਵੇ, ਉਸ ਨੂੰ ਪੜ੍ਹਨੇ ਪਾ ਦੇਣਾ ਚਾਹੀਦਾ ਹੈ। ਵਿਦਿਆ ਗੁਪਤ ਨਾਸ਼ ਰਹਿਤ ਹੌਲਾ ਧਨ ਹੈ, ਜਿਸ ਦਾ ਕੋਈ ਭਾਰ ਨਹੀਂ ਲੱਗਦਾ। ਜਿੰਨੀ ਮਰਜ਼ੀ ਕੋਈ ਪੜ੍ਹੀ ਜਾਵੇ, ਵਿਦਿਆ ਮਨੁੱਖ ਤਰ੍ਹਾਂ ਸਹਾਇਤਾ ਕਰਦੀ ਹੈ। ਸੰਸਾਰ ਵਿੱਚ ਜਸ ਤੇ ਸੁੱਖ ਮਿਲਦਾ ਹੈ। ਵਿਦਵਾਨ ਪੁਰਸ਼ ਦਾ ਹਰ ਥਾਂ ਸਤਿਕਾਰ ਹੁੰਦਾ ਹੈ। ਗੁਪਤ ਪ੍ਰਛਿੰਨ ਅਤੁੱਲ ਧਨ, ਵਿਦਿਆ ਨਰ ਬਪ ਜਾਨ। ਵਿਦਿਆ ਜਸ ਸੁਖ ਭੋਗ ਦੇ, ਵਿਦਿਆ ਗੁਰ ਗੁਰ ਮਾਨ। ਇਸ ਧਨ ਨੂੰ ਨਾ ਕੋਈ ਵੰਡਾ ਸਕੇ, ਨਾ ਚੁਰਾ ਸਕੇ, ਨਾ ਖੋ ਸਕੇ, ਨਾ ਨਾਸ਼ ਹੋਵੇ ਤੇ ਨਾ ਅੱਗ ਸਾੜ ਸਕੇ। ਫਿਰ ਇਹ ਸਭ ਥਾਵਾਂ ਤੇ ਸਗੋਂ ਪਰਦੇਸ਼ ਵਿੱਚ ਵੀ ਸੰਬੰਧੀ ਦੀ ਤਰ੍ਹਾਂ ਸਹਾਇਤਾ ਕਰਨ ਵਾਲੀ ਹੈ। ਵਿਦਿਆ ਵਿਸ਼ੇਸ਼ ਕਰਕੇ ਪੂਜਨੀਕ ਹੈ। ਇਹ ਦੁੱਖਾਂ ਨੂੰ ਸਾੜਨ ਵਾਲੀ ਵਿਦਿਆ ਹੈ। ਰਾਜਿਆਂ ਦੁਆਰਾ ਜ਼ਿਆਦਾ ਸਤਿਕਾਰੀ ਜਾਂਦੀ ਹੈ। ਵਿਦਿਆ ਤੋਂ ਬਿਨਾਂ ਮਨੁੱਖ ਨੂੰ ਪਸ਼ੂ ਤਰ੍ਹਾਂ ਵੇਖਣਾ ਕਰੋ। ਵਿਦਿਆ ਬੰਦ ਪਰਦੇਸ਼ ਮੈਂ, ਵਿਦਿਆ ਦੇਵ ਬਿਸੇਖ। ਪੂਜਾ ਨਿਰਪੋ ਕਰ ਅਹ ਕਤੀ, ਪੂਜਾ ਨਿਰਪੋ ਕਰ ਅਗਹਤੀ। ਵਿਦਿਆ ਬਿਨ ਪਸ ਦੇਖ। ਮੂਰਖ ਦੀ ਘਰ ਵਿੱਚ ਮੰਨੀ ਦੀ ਹੈ, ਕਿਉਂਕਿ ਘਰ ਦਾ ਵਿਹਾਰ ਕਰਾਉਣਾ ਹੁੰਦਾ ਹੈ। ਨੰਬਰਦਾਰ ਸਰਪੰਚ ਆਪਣੇ ਪਿੰਡ ਵਿੱਚ, ਰਾਜੇ ਵਜ਼ੀਰ ਦਾ ਸਤਿਕਾਰ ਵੀ ਕੇਵਲ ਆਪਣੇ ਦੇਸ਼ ਵਿੱਚ ਹੀ ਹੁੰਦਾ ਹੈ। ਪਰ ਵਿਦਵਾਨ ਸਭ ਥਾਈਂ ਸਤਿਕਾਰੇ ਜਾਂਦੇ ਹਨ। ਇਸ ਲਈ ਵਿਦਿਆ ਪੜ੍ਹਨੀ ਅਤਿ ਜ਼ਰੂਰੀ ਹੈ। ਮੁਗਧ ਪੂਜ ਨਿਜ ਧਾਮ ਮੈਂ, ਪ੍ਰਭੂ ਪੂਜ ਨਿਜ ਨਗਰ। ਭੂਪ ਪੂਜ ਸਵਾਦੇਸ ਮੈਂ, ਪੂਜਤ ਗੁਣੀ ਸਮੱਗਰ। ਇਹ ਉੱਥੇ ਪਹੁੰਚਾਉਂਦੀ ਹੈ ਜਿੱਥੇ ਕੋਈ ਧਨੀ ਵੀ ਨਹੀਂ ਪਹੁੰਚ ਸਕਦਾ। ਭਾਵੇਂ ਕੋਈ ਸੁੰਦਰ ਸਰੂਪ, ਧਨੀ, ਚੜ੍ਹਦੀ ਜਵਾਨੀ ਵਾਲਾ, ਉੱਚੀ ਕੁੱਲ ਵਿੱਚ ਜਨਮ ਲੈਣ ਵਾਲਾ, ਬਹੁਤ ਸੰਬੰਧੀਆਂ ਸਹਿਤ ਵੀ ਹੋਵੇ, ਪਰ ਉਹ ਵਿਦਿਆ ਤੋਂ ਬਿਨਾਂ ਸੋਭਾ ਨਹੀਂ ਪਾਉਂਦਾ। ਜਿਵੇਂ ਕੇਸੂ ਦਾ ਫੁੱਲ ਸੁਗੰਧੀ ਬਿਨਾਂ ਸੋਭਦਾ ਨਹੀਂ। ਰੂਪ ਦਰਬ ਜੋਬਨ ਸਹਿਤ, ਸੁਕਲ ਜਨਮ ਬਹੁ ਬੰਦ। ਵਿਦਿਆ ਬਿਨ ਸੋਭਤ ਨਹੀਂ, ਜਿਉ ਕੇਸੂ ਬਿਨ ਗੰਧ। ਗਹਿਣੇ ਸੁੰਦਰ ਬਸਤਰ, ਖਾਸ ਲਿਬਾਸ ਤੋਂ ਬਿਨਾਂ ਭਾਵੇਂ ਮਾੜੇ ਰੂਪ ਵਾਲਾ ਵੀ ਹੋਵੇ, ਪਰ ਉਹ ਵਿਦਵਾਨ ਪੁਰਸ਼ ਉਪਮਾ ਰਹਿਤ ਸੰਤਾਂ ਦੀ ਸਭਾ ਵਿੱਚ ਸ਼ੋਭਨੀਕ ਹੁੰਦਾ ਹੈ। ਅਲੰਕਾਰ ਪਟ ਭੇਖ ਬਿਨ ਯਦਪ ਹੋਏ ਕਰੂਪ। ਸੋਭਤ ਸੰਤਨ ਸਭਾ ਥਿਤ, ਜਨ ਵਿਦਵਾਨ ਆਨੂਪ। ਸਾਰ ਕੁਤਾਵਲੀ। ਵਿਦਿਆ ਦੋ ਤਰ੍ਹਾਂ ਦੀ ਹੈ, ਇੱਕ ਵਿਵਹਾਰਕ ਤੇ ਦੂਜੀ ਅਧਿਆਤਮਕ। ਵਿਵਹਾਰਕ ਵਿਦਿਆ ਰੋਜੀ ਕਮਾਉਣ ਵਾਸਤੇ
ਅਤੇ ਉੱਪਰ ਦੱਸੇ ਗੁਣਾਂ ਦੀ ਪ੍ਰਾਪਤੀ ਲਈ ਹੈ, ਪਰ ਪੜ੍ਹ ਕੇ ਮਾਣ ਨਹੀਂ ਕਰਨਾ। ਇਸ ਤਰ੍ਹਾਂ ਦਾ ਪੜ੍ਹਨਾ 3 ਤਰ੍ਹਾਂ ਦਾ ਸਿਆਣਿਆਂ ਨੇ ਦੱਸਿਆ ਹੈ। ਪਹਿਲੇ, ਮਗਜ ਖਾਣ ਵਾਲਾ, ਜੋ ਪੁਸਤਕ ਪੜ੍ਹ ਕੇ ਸਿਧਾਂਤ ਨੂੰ ਸਮਝਦਾ ਹੈ, ਫਿਰ ਉਸ ਅਨੁਸਾਰ ਚੱਲਦਾ ਹੈ, ਇਹ ਮਗਜ ਖਾਣ ਤਰ੍ਹਾਂ ਹੈ। ਦੂਜੇ, ਮਾਸ ਖਾਣ ਤਰ੍ਹਾਂ, ਪੜ੍ਹ ਕੇ ਕੇਵਲ ਆਪਣਾ ਹੀ ਪੇਟ ਤੋਰਨਾ ਜਾਂ ਪਰਿਵਾਰ ਦਾ ਗੁਜ਼ਾਰਾ ਕਰਨਾ, ਇਹ ਮਾਸ ਖਾਣ ਤਰ੍ਹਾਂ ਹੈ। ਤੀਜੇ, ਹੱਡੀਆਂ ਚੱਬਣ ਤਰ੍ਹਾਂ, ਪੜ੍ਹ ਕੇ ਦੂਜਿਆਂ 'ਤੇ ਤਰਕ ਕਰਨੀ ਕਿ ਇਹ ਸਭ ਅਨਪੜ੍ਹ ਪਸ਼ੂ ਹਨ, ਮੇਰਾ ਕਿਉਂ ਮੁਕਾਬਲਾ ਕਰ ਸਕਦੇ ਹਨ। ਹੰਕਾਰ ਤੇ ਲੋਭ ਕਰਨਾ, ਇਹ ਹੱਡੀਆਂ ਚੱਬਣ ਦੀ ਤਰ੍ਹਾਂ ਹੈ। ਜਿਵੇਂ ਕੁੱਤਾ ਸੁੱਕੀ ਹੱਡੀ ਮੂੰਹ ਵਿੱਚ ਲੈ ਕੇ ਚੱਬਦਾ ਹੈ, ਉਸ ਦੇ ਦੰਦਾਂ ਵਿੱਚੋਂ ਖੂਨ ਨਿਕਲਦਾ ਹੈ, ਪਰ ਉਹ ਸਮਝਦਾ ਹੈ ਕਿ ਸ਼ਾਇਦ ਇਸ ਹੱਡੀ ਵਿੱਚੋਂ ਮੈਨੂੰ ਰਸ ਆ ਰਿਹਾ ਹੈ, ਪਰ ਅਸਲ ਵਿੱਚ ਉਸ ਕੁੱਤੇ ਨੂੰ ਕੋਈ ਲਾਭ ਨਹੀਂ ਹੁੰਦਾ। ਸੋ ਪੜ੍ਹਿਆ ਮੂਰਖ ਆਖੀਐ, ਜਿਸ ਲੱਭ ਲੋਭ ਅਹੰਕਾਰਾ। ਵਿਦਿਆ ਪੜ੍ਹ ਕੇ ਪਰ ਉਪਕਾਰ ਕਰਨ ਦੀ ਗੁਰੂ ਕੀ ਆਗਿਆ ਹੈ। ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਨਹੀਂ ਤਾਂ ਲਾਭ ਨਹੀਂ। ਕੇਵਲ ਵਿਵਹਾਰਕ ਵਿਦਿਆ ਪੜ੍ਹਨ ਨਾਲ ਸੰਸਾਰ ਦੇ ਕਾਰਜ ਤਾਂ ਚੱਲਦੇ ਹਨ, ਪਰ ਮਨ ਨੂੰ ਸ਼ਾਂਤੀ ਜਾਂ ਕਲਿਆਣ ਪ੍ਰਾਪਤ ਨਹੀਂ ਹੁੰਦੀ। ਵਿਦਿਆ ਸਿੱਖਣਾ ਇਸ ਤਰ੍ਹਾਂ ਹੈ ਜਿਵੇਂ 3 ਪ੍ਰਕਾਰ ਦੇ ਮਣੀ ਵਾਲੇ ਸੱਪ ਹੁੰਦੇ ਹਨ। ਪਹਿਲੀ ਕਿਸਮ ਦਾ ਸੱਪ ਹਨੇਰੇ ਵਿੱਚ ਮਣੀ ਕੱਢ ਕੇ ਬਾਹਰ ਰੱਖ ਕੇ ਹੰਕਾਰ ਵਿੱਚ ਆ ਕੇ ਫੁੰਕਾਰੇ ਮਾਰਦਾ ਹੈ, ਰੇਤ ਵਿੱਚ ਪਾਸੇ ਮਾਰਦਾ ਹੈ, ਜਿਸ ਕਰਕੇ ਰੇਤ ਮਣੀ ਉੱਪਰ ਪੈ ਜਾਂਦੀ ਹੈ ਅਤੇ ਉਹ ਗਵਾਚ ਜਾਂਦੀ ਹੈ। ਤਾਂ ਉਹ ਸੱਪ ਦੁਖੀ ਹੋ ਕੇ ਫਣ ਮਾਰ ਮਾਰ ਕੇ ਲੱਭਦਾ ਹੈ, ਨਾ ਪ੍ਰਾਪਤ ਹੋਣ ਤੋਂ ਉੱਥੇ ਹੀ ਮਰ ਜਾਂਦਾ ਹੈ। ਇਉਂ ਵਿਦਿਆ ਦਾ ਹੰਕਾਰ ਕਰਕੇ ਅੰਤ ਪਛਤਾਉਣਾ ਪੈਂਦਾ ਹੈ। ਜਿਵੇਂ ਕਾਸ਼ੀ ਵਿੱਚ ਇੱਕ ਪੰਡਤ ਵਿਦਿਆ ਦਾ ਮਾਣ ਕਰਕੇ ਹਰੇਕ ਮਹਾਤਮਾ ਨਾਲ ਚਰਚਾ ਕਰਿਆ ਕਰਦਾ ਸੀ, ਉਹਨਾਂ ਨੂੰ ਹਰਾ ਹਰਾ ਕੇ ਹੰਕਾਰੀ ਬਣਦਾ ਗਿਆ। ਇੱਕ ਭਜਨਾਨੰਦੀ ਮਹਾਤਮਾ ਕਾਸ਼ੀ ਵਿੱਚ ਆਏ, ਉਹਨਾਂ ਨੂੰ ਉਹ ਕਹੇ ਕਿ ਮੇਰੇ ਨਾਲ ਚਰਚਾ ਕਰੋ। ਮਹਾਤਮਾ ਨੇ ਕਿਹਾ ਕਿ ਅਸੀਂ ਵਿਦਵਾਨ ਨਹੀਂ ਹਾਂ। ਉਹ ਕਹੇ, ਫਿਰ ਭਗਵੇਂ ਕੱਪੜੇ ਕਿਉਂ ਪਾਏ ਤੇ ਸਾਧੂ ਕਿਉਂ ਬਣੇ ਹੋ। ਉਹ ਨਾਮ ਰਸੀਏ ਪੁਰਸ਼ ਜਿੱਥੇ ਵੀ ਬੈਠਣ, ਪੰਡਤ ਉੱਥੇ ਹੀ ਜਾ ਪਹੁੰਚੇ। ਸਿਮਰਨ ਨਾ ਕਰਨ ਦੇਵੇ, ਟਿਕਣ ਨਾ ਦੇਵੇ, ਤਾਂ ਉਹਨਾਂ ਤੰਗ ਆ ਕੇ ਨਾਰਾਜ਼ਗੀ ਨਾਲ ਕਿਹਾ, ਕੁੱਤੇ ਤਰ੍ਹਾਂ ਬੋਲੀ ਜਾਂਦਾ ਹੈ, ਭਜਨ ਨਹੀਂ ਕਰਨ ਦਿੰਦਾ। ਤਾਂ ਉਹ ਮਰ ਕੇ ਕੁੱਤਾ ਬਣਿਆ ਸੀ। ਉਸ ਦਾ ਉਧਾਰ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਾਸ਼ੀ ਵਿੱਚ ਪਹੁੰਚ ਕੇ ਪੜ੍ਹ ਪੁਸਤਕ ਸੰਧਿਆ ਬਾਦੰ ਸ਼ਬਦ ਉਚਾਰ ਕੇ ਕੀਤਾ। ਦੂਜੇ ਸੱਪ ਹਨੇਰੀ ਰਾਤ ਵਿੱਚ ਮਣੀ ਬਾਹਰ ਕੱਢ ਕੇ ਰੱਖਦੇ ਹਨ। ਮਣੀ ਦੇ ਚਾਨਣ ਤੇ ਜੋ ਕੀੜੇ ਮਕੌੜੇ ਆਉਂਦੇ ਹਨ, ਉਹਨਾਂ ਨਾਲ ਪੇਟ ਭਰਦੇ ਹਨ, ਹੋਰ ਕੋਈ ਲਾਭ ਨਹੀਂ। ਇਉਂ ਵਿਦਵਾਨ ਅਨਪੜ੍ਹਾਂ ਉੱਪਰ ਵਿਦਿਆ ਕਥਾ ਦਾ ਪ੍ਰਕਾਸ਼ ਰੂਪੀ ਅਸਰ ਪਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ, ਹੋਰ ਕੋਈ ਲਾਭ ਨਹੀਂ, ਸਿਰਫ ਪਦਾਰਥਾਂ ਦੀ ਪ੍ਰਾਪਤੀ। ਤੀਸਰੀ ਤਰ੍ਹਾਂ ਦੇ ਸੱਪ ਜੋ ਪੂਰਨਮਾਸ਼ੀ ਦੀ ਰਾਤ ਨੂੰ ਮਣੀ ਕੱਢ ਕੇ ਰੱਖਦੇ ਹਨ, ਉਸ ਉੱਪਰ ਚੰਦਰਮਾ ਦੀਆਂ ਕਿਰਨਾਂ ਪੈਣ ਤੋਂ ਮਣੀ ਵਿੱਚੋਂ ਅੰਮ੍ਰਿਤ ਸਿਮਦਾ ਹੈ। ਉਸ ਨੂੰ ਚੱਟ ਕੇ ਸੱਪ ਆਪਣੀ ਜ਼ਹਿਰ ਮੇਟ ਲੈਂਦਾ ਹੈ। ਯਥਾ ਸੋਮਵਾਰ ਸਸ ਅੰਮ੍ਰਿਤ ਚਰੈ, ਚਾਖਤ ਬੇਗ ਸਗਲ ਬਿਖਰੈ। ਇਉਂ ਬ੍ਰਹਮ ਵਿਦਿਆ ਮਣੀ ਦਾ ਪ੍ਰਕਾਸ਼ ਕਰਕੇ ਜਿਨ੍ਹਾਂ ਦਾ ਹਿਰਦਾ ਪੂਰਨ ਵੈਰਾਗ ਸ਼ੁਭ ਗੁਣਾਂ ਦੇ ਸਹਿਤ ਹੈ, ਉਹ ਹਿਰਦੇ ਚੋਂ ਕਾਮ ਆਦਿ ਦੀ ਜ਼ਹਿਰ ਮੇਟ ਕੇ ਨਾਮ ਅੰਮ੍ਰਿਤ ਪੀਂਦੇ ਹਨ। ਉਹ ਆਪ ਵੀ ਮੁਕਤ ਹਨ, ਹੋਰਨਾਂ ਨੂੰ ਵੀ ਉਪਦੇਸ਼ ਦੇ ਕੇ ਨਿਹਾਲ ਕਰਦੇ ਹਨ। ਇੱਕ ਵਾਰੀ ਦੁਰਭਾਖਾ ਰਿਸ਼ੀ ਜੀ ਸਿਰ ਤੇ ਪੁਸਤਕਾਂ ਚੁੱਕੇ ਜਾ ਰਹੇ ਸਨ, ਤਾਂ ਜਾਗਵਲਕ ਰਿਸ਼ੀ ਨੇ ਮਖੌਲ ਕੀਤਾ ਕਿ ਗਰਦਬ ਗਸ਼ਤੀ ਭਾਵ ਗਧਾ ਤੁਰਿਆ ਜਾ ਰਿਹਾ ਹੈ। ਦੁਰਭਾਖਾ ਰਿਸ਼ੀ ਦੇ ਪੁੱਛਣ ਤੇ ਉਹਨੇ ਆਖਿਆ,
ਤੂੰ ਪੁਸਤਕਾਂ ਦਾ ਭਾਰ ਚੁੱਕੀ ਫਿਰਦਾ ਹੈ, ਧਾਰਨ ਨਹੀਂ ਕਰਦਾ, ਕ੍ਰੋਧ ਨਹੀਂ ਗਵਾਉਂਦਾ, ਇਸ ਕਰਕੇ ਗਦਾ ਆਖਿਆ ਹੈ। ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ, ਖਰ ਚੰਦਨ ਜਸ ਭਾਰਾ। ਵਿਦਿਆ ਪੜ੍ਹ ਕੇ ਸਿੱਖਿਆ ਆਪ ਵੀ ਗ੍ਰਹਿਣ ਕਰਨੀ ਚਾਹੀਦੀ ਹੈ। ਜਿਵੇਂ ਯੁਧਿਸ਼ਠਰ ਤੇ ਦੁਰਯੋਧਨ ਦਰੋਣਾਚਾਰਿਆ ਜੀ ਦੇ ਪਾਸ ਪੜ੍ਹਦੇ ਸਨ। ਇੱਕ ਦਿਨ ਪੁੱਛਣ ਤੇ ਦੁਰਯੋਧਨ ਨੇ ਉੱਤਰ ਦਿੱਤਾ, ਮੈਂ ਸਾਰੀ ਸੰਥਾ ਜਾਂ ਸੰਥਿਆ ਪੜ੍ਹ ਲਈ ਹੈ। ਜਦੋਂ ਕਿਹਾ, ਸੰਸਾਰ ਵਿੱਚੋਂ ਕੋਈ ਵੀ ਭਲਾ ਪੁਰਖ ਲੱਭ, ਤਾਂ ਉਸ ਨੂੰ ਕੋਈ ਭਲਾ ਪੁਰਖ ਨਾ ਪ੍ਰਤੀਤ ਹੋਇਆ। ਫਿਰ ਯੁਧਿਸ਼ਠਰ ਤੋਂ ਪੁੱਛਿਆ ਤਾਂ ਉਸਨੇ ਉੱਤਰ ਦਿੱਤਾ, ਮੈਂ ਕੇਵਲ 2 ਅੱਖਰ ਹੀ ਪੜ੍ਹਿਆ ਹਾਂ, ਇੱਕ ਗੁੱਸਾ ਨਹੀਂ ਕਰਨਾ। ਤਾਂ ਪਰਖ ਕਰਨ ਵਾਸਤੇ ਦਰੋਣਾਚਾਰਿਆ ਜੀ ਨੇ ਚਪੇੜ ਮਾਰੀ, ਪਰ ਇਸ ਤੇ ਗੁੱਸਾ ਹੀ ਨਾ ਕੀਤਾ। ਦੂਜਾ, ਸੱਚ ਬੋਲਣਾ। ਇੱਕ ਵਾਰੀ ਪਰਖ ਕਰਨ ਲਈ ਧਰਮ ਰਾਜਾ ਕਸਾਈ ਦਾ ਰੂਪ ਧਾਰ ਕੇ ਗਊ ਭਜਾਈ ਗਿਆ। ਆਪ ਜਰਾ ਕੁ ਪਿੱਛੋਂ ਗਿਆ ਤਾਂ ਯੁਧਿਸ਼ਠਰ ਨੂੰ ਪੁੱਛਿਆ, ਇਧਰੋਂ ਕੋਈ ਗਊ ਲੰਘੀ ਹੈ? ਤਾਂ ਉਸਨੇ ਕਿਹਾ, ਅੱਖਾਂ ਦੇਖਦੀਆਂ ਹਨ ਪਰ ਬੋਲਦੀਆਂ ਨਹੀਂ, ਜ਼ਬਾਨ ਬੋਲਦੀ ਹੈ ਪਰ ਵੇਖਦੀ ਨਹੀਂ, ਹੱਥ ਇਸ਼ਾਰਾ ਕਰ ਸਕਦੇ ਹਨ ਪਰ ਤੁਰ ਕੇ ਨਹੀਂ ਜਾ ਸਕਦੇ। ਇਉਂ ਸਾਰੇ ਇੰਦਰੀ ਆਪਣੀ ਆਪਣੀ ਕਿਰਿਆ ਕਰਦੇ ਹਨ, ਤੈਨੂੰ ਦੱਸੇ ਕੌਣ? ਧਰਮ ਰਾਜਾ ਨੂੰ ਚਰਨੀ ਪੈਣਾ ਪਿਆ ਕਿ ਸੱਚ ਵੀ ਬੋਲਿਆ ਤੇ ਧਰਮ ਵੀ ਰੱਖਿਆ ਹੈ। ਸੋ ਜੇ ਵਿਦਿਆ ਪੜ੍ਹ ਕੇ ਗੁਣ ਗ੍ਰਹਿਣ ਕੀਤੇ ਜਾਣ ਤਾਂ ਹੀ ਸਫਲੀ ਹੈ। ਸੋ ਇਸ ਵਿਦਿਆ ਤੋਂ ਬਿਨਾਂ ਤਾਂ ਬ੍ਰਹਮਾ ਵਰਗਿਆਂ ਨੂੰ ਸ਼ਾਂਤੀ ਨਾ ਆਈ। ਜਿਸ ਨੇ ਵੇਦਾਂਤ ਸ਼ਾਸਤਰ ਰਚਿਆ, ਜਿਸ ਵਿੱਚ ਅਹੰਗਰੇ ਉਪਾਸਨਾ ਨੂੰ ਮੁੱਖ ਰੱਖਿਆ ਕਿ ਮੈਂ ਹੀ ਬ੍ਰਹਮ ਹਾਂ, ਪਰ ਸ਼ਾਸਤਰਾਂ ਨੂੰ ਰਚ ਕੇ ਵੀ ਸ਼ਾਂਤੀ ਨਾ ਆਈ। ਮਨ ਹਉਮੈ ਦੀ ਅੱਗ ਵਿੱਚ ਸੜਦਾ ਹੀ ਰਿਹਾ। ਸ਼ਰਧਾ, ਭਾਵਨਾ, ਪ੍ਰੇਮ ਤੇ ਬ੍ਰਹਮ ਗਿਆਨ ਬਿਨਾਂ ਤਾਂ ਕੇਵਲ ਚੁੰਚ ਗਿਆਨ ਹੀ ਹੈ। ਇਸ ਪ੍ਰਕਾਰ ਕੇਵਲ ਵਿਹਾਰਕ ਵਿਦਿਆ ਬ੍ਰਹਮ ਵਿਦਿਆ ਬਿਨਾਂ ਅਧੂਰੀ, ਫੋਕੀ, ਰਸਹੀਣੀ ਤੇ ਨਿਸਫਲ ਹੀ ਰਹਿ ਜਾਂਦੀ ਹੈ। ਜਨਮ ਸਫਲਾ ਨਹੀਂ ਕਰਦੀ, ਸਗੋਂ ਹੰਕਾਰ ਪੈਦਾ ਕਰਕੇ, ਨਾਸਤਕ ਬਣਾ ਕੇ ਜੂਨਾਂ ਦਾ ਕਾਰਨ ਹੀ ਬਣ ਜਾਂਦੀ ਹੈ। ਬ੍ਰਹਮਾ ਜੀ ਨੇ 4 ਵੇਦ ਰਚੇ, ਪਰ 3 ਗੁਣਾਂ ਦਾ ਹੀ ਕਥਨ ਕੀਤਾ। ਭਾਉ ਪ੍ਰੇਮ ਨਾ ਲਿਖਿਆ, ਫਿਰ ਪਛਤਾਉਣਾ ਹੀ ਪਿਆ। ਜਿਵੇਂ ਅੱਜ ਕੱਲ੍ਹ ਦੇ ਚੁੰਚ ਗਿਆਨੀ ਵੀ ਕੇਵਲ ਵਿਵਹਾਰਕ ਵਿਦਿਆ ਦੀਆਂ ਪੁਸਤਕਾਂ ਪੜ੍ਹ ਕੇ ਬ੍ਰਹਮ ਵਿਦਿਆ ਤੋਂ ਬਿਨਾਂ ਥੋਥੇ ਤੇ ਖਾਲੀ ਹੀ ਰਹਿ ਜਾਂਦੇ ਹਨ, ਕਿਉਂਕਿ ਉਹ ਭਾਉ, ਭਗਤੀ ਤੇ ਸਿਮਰਨ ਤੋਂ ਖਾਲੀ ਹੁੰਦੇ ਹਨ। ਮਨ ਤਾਰੂ ਮਲਾਹ ਦੀ ਨਿਆਈ ਹੈ, ਆਪ ਕਮਾਈ ਨਹੀਂ ਕਰਦੇ, ਪਰੰਤੂ ਦੂਜਿਆਂ ਨੂੰ ਹੀ ਉਪਦੇਸ਼ ਦੇਣ ਜੋਗੇ ਹੁੰਦੇ ਹਨ। ਪੜ੍ਹ ਪੜ੍ਹ ਗੱਡੀ ਲੱਦੀਐ ਹੈ, ਪੜ੍ਹ ਪੜ੍ਹ ਭਰੀਐ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈਐ, ਪੜ੍ਹ ਪੜ੍ਹ ਗੱਡੀਐ ਖਾਤ, ਪੜ੍ਹੀਐ ਹੈ ਜੇਤੇ ਬਰਸ ਬਰਸ, ਪੜ੍ਹੀਐ ਹੈ ਜੇਤੇ ਮਾਸ, ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਹੈ ਜੇਤੇ ਸਾਸ। ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਅਧਿਆਤਮਕ ਵਿਦਿਆ ਬਿਨਾਂ ਗਿਆਨ, ਸ਼ਾਂਤੀ ਤੇ ਆਨੰਦ ਨਹੀਂ ਪ੍ਰਾਪਤ ਹੁੰਦਾ। ਜਿਵੇਂ ਨਾਰਦ ਮੁਨੀ ਨੇ 15,000 ਵਰਾ ਵਿਦਿਆ ਪੜ੍ਹੀ। ਦੂਜੇ ਭਾਈਆਂ ਸੰਕਾਦਕਾਂ ਦੇ ਪੁੱਛਣ ਤੋਂ ਦੱਸਿਆ ਕਿ ਮੈਂ ਗਾਉਣ ਵਜਾਉਣ, ਨ੍ਰਿਤਕਾਰੀ ਕਰਨ, 6 ਸ਼ਾਸਤਰ, 4 ਵੇਦ, ਵਿਆਕਰਣ ਆਦਿ ਸਭ ਪੜ੍ਹੇ ਹਨ। ਮੈਂ ਸਾਰੀ ਵਿਦਿਆ ਪੜ੍ਹ ਕੇ ਮੁਕਾ ਦਿੱਤੀ ਹੈ। ਤਾਂ ਉਹਨਾਂ ਨੇ ਪੁੱਛਿਆ, ਹੇ ਭਰਾਤਾ, ਤੇਰੇ ਮਨ ਨੂੰ ਟਿਕਾ ਸ਼ਾਂਤੀ ਆਈ ਹੈ? ਤਾਂ ਨਾਰਦ ਨੇ ਕਿਹਾ, ਜੀ ਨਹੀਂ। ਤਾਂ ਉਹਨਾਂ ਕਿਹਾ, ਹੇ ਵੀਰ, ਸ਼ਾਂਤੀ ਦੇ ਗਿਆਨ ਵਾਲੀ ਵਿਦਿਆ ਤਾਂ ਹਾਲੇ ਤੂੰ ਪੜ੍ਹਨੀ ਆਰੰਭੀ ਵੀ ਨਹੀਂ। ਨਾਰਦ ਜੀ ਨੇ ਪੁੱਛਿਆ, ਉਹ ਕਿਹੜੀ ਵਿਦਿਆ ਹੈ? ਤਾਂ ਦੱਸਿਆ, ਉਹ ਹੈ ਅਧਿਆਤਮਕ ਵਿਦਿਆ, ਜੋ ਉਦਿਸ਼ਟਮਾਨ ਸਰੂਪ ਪਰਮੇਸ਼ਰ, ਸਾਰਿਆਂ ਦਾ ਆਪਣਾ ਆਪ ਰੂਪ ਹੈ, ਉਸ ਦੀ ਪ੍ਰਾਪਤੀ ਵਾਲੀ ਜੋ ਵਿਦਿਆ ਹੈ, ਭਾਵ ਬ੍ਰਹਮ ਵਿਦਿਆ।
ਤਾਂ ਫਿਰ ਬ੍ਰਹਮ ਵਿਦਿਆ ਪੜ੍ਹਨੇ ਕਰਕੇ ਇਸ ਨੂੰ ਆਨੰਦ ਆਇਆ ਤੇ ਕਿਹਾ ਕਿ ਇਸ ਵਿਦਿਆ ਬਿਨਾ ਮੈਂ ਜਨਮ ਹੀ ਵਿਅਰਥ ਗਵਾ ਲੈਣਾ ਸੀ। ਪਰਮੇਸ਼ਰ ਦੀ ਪ੍ਰਾਪਤੀ ਤਾਂ ਇਸ ਤਰ੍ਹਾਂ ਹੁੰਦੀ ਹੈ, ਜੋ ਪ੍ਰਾਣੀ ਗੋਵਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਸੋ ਸਤਿਗੁਰੂ ਜੀ ਦਾ ਉਪਦੇਸ਼ ਹੈ ਕਿ ਹਰ ਪੜ੍ਹ, ਹਰ ਲਿਖ, ਹਰ ਜਪ, ਹਰ ਗਾਓ, ਹਰ ਭਉਜਲ ਪਾਰ ਉਤਾਰੀ। ਸਤਯੁਗ ਵਿੱਚ ਭਗਤ ਪ੍ਰਹਿਲਾਦ ਜੀ ਨੂੰ ਸੰਡੇ ਅਤੇ ਮਰਕੇ ਕੋਲੋਂ ਕੇਵਲ ਰਾਜਨੀਤਿਕ ਵਿਦਿਆ ਪੜ੍ਹਾਉਣ ਦਾ ਭਾਰੀ ਯਤਨ ਹਰਨਾਖਸ ਵੱਲੋਂ ਕੀਤਾ ਗਿਆ, ਪਰ ਉਸ ਨੇ ਕਿਹਾ, ਮੇਰੀ ਪਟਿਆ ਲਿਖ ਦੇਹੂ ਸ੍ਰੀ ਗੋਪਾਲ, ਨਹੀਂ ਛੋਡੂ ਰੇ ਬਾਬਾ ਰਾਮ ਨਾਮ। ਸੰਡਾ ਅਤੇ ਮਰਕਾ ਇਹ ਦੋ ਭਗਤ ਪ੍ਰਹਿਲਾਦ ਜੀ ਦੇ ਗੁਰੂ ਸਨ। ਮੇਰੀ ਪਟਿਆ ਲਿਖ ਦੇਹੋ ਗੋਬਿੰਦ ਮੁਰਾਦ, ਜੇ ਹਰ ਛੋਡੋ ਤਉ ਕੁਲ ਲਾਗੈ ਗਾਲ। ਸੋ ਨਿਸ਼ਚੇ ਵਾਲਾ ਹੋਣ ਕਰਕੇ ਬ੍ਰਹਮ ਵਿਦਿਆ ਪ੍ਰਾਪਤ ਕਰਕੇ ਹੀ ਕਿੱਡਾ ਵੱਡਾ ਭਗਤ ਬਣਿਆ। ਇਸੇ ਕਰਕੇ ਸਤਿਗੁਰੂ ਜੀ ਨੇ ਗੁਰਮੁਖੀ ਅੱਖਰ ਆਪ ਰਚੇ, ਉਹਨਾਂ ਵਿੱਚ ਸਾਰੀ ਬਾਣੀ ਰਚੀ, ਜੋ ਸਧਾਰਨ ਮਨੁੱਖ ਵੀ ਛੇਤੀ ਤੇ ਸੁਖਾਲੀ ਪੜ੍ਹ ਸਕਦਾ ਹੈ। ਕੇਵਲ ਬਾਹਰਲੀ ਵਿਦਿਆ ਪੜ੍ਹਨ ਤੋਂ ਰੋਕ ਕੇ ਆਪ ਸਤਿਗੁਰੂ ਜੀ ਨੇ ਗੋਪਾਲ ਪਾਂਧੇ ਨੂੰ ਜਾਲ ਮੋਹ ਘਸ ਮਸ ਕਰ, ਮਤ ਕਾਗਦ ਕਰ ਸਾਰ, ਤੇ ਨੂਰਦੀਨ ਕਾਜੀ ਨੂੰ ਯਕ ਅਰਜ ਗੁਫਤਮ, ਪੇਸ ਤੋ ਦਰਗੋਸ ਕੁਨ ਕਰਤਾਰ, ਦੁਆਰਾ ਨਿਹਾਲ ਕਰਕੇ ਬ੍ਰਹਮ ਵਿਦਿਆ ਦੀ ਦਾਤ ਬਖਸ਼ੀ ਸੀ। ਸਿਮਰਨ ਭਜਨ ਦੀ ਕਮਾਈ ਤੋਂ ਹੀਣੇ ਤਾਂ ਬਹੁਤ ਵਿਦਵਾਨ ਮਿਲਣਗੇ, ਪਰ ਉਹਨਾਂ ਤੋਂ ਸ਼ਾਂਤੀ, ਆਨੰਦ, ਕਲਿਆਣ ਨਹੀਂ ਮਿਲ ਸਕਦੀ। ਜਿਵੇਂ ਭਿੱਖੇ ਭੱਟ ਨੇ ਸਭ ਥਾਵਾਂ ਦੇ ਵਿਦਵਾਨ ਪਰਖ ਕੇ ਵੇਖੇ ਕਿ ਉਹਨਾਂ ਦੀ ਕਹਿਣੀ ਹੈ ਪਰ ਰਹਿਣੀ ਨਹੀਂ, ਉਹਨਾਂ ਤੋਂ ਅਸਲੀ ਜੀਵਨ ਨਾ ਮਿਲਿਆ। ਫਿਰ ਸਤਿਗੁਰਾਂ ਦੀ ਸ਼ਰਨ ਵਿੱਚ ਆ ਕੇ ਬੇਨਤੀ ਕੀਤੀ, ਰਹਿਓ ਸੰਤ ਹੋ ਟੋਲ, ਸਾਧ ਬਹੁ ਤੇਰੇ ਡਿਠੇ, ਸੰਨਿਆਸੀ ਤਪਸੀਐ ਹੈ, ਮੁਖ ਹੋ ਇਹ ਪੰਡਤ ਮਿੱਠੇ, ਬਰਸ ਏਕ ਹੋ ਫਿਰਿਓ, ਕਿਨੈ ਨਹੁ ਪਰਚੋ ਲਾਇਓ, ਕਹਿਤ ਹੈ ਕਹਿਤੀ ਸੁਣੀ, ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੈ ਲੱਗੇ, ਤਿਨ ਕੇ ਗੁਣ ਹੋ ਕਿਆ ਕਹੋ। ਬਨੌਟੀ ਗੁਰੂ ਤੇ ਸਿਆਣੇ ਤਾਂ ਬੇਅੰਤ ਬਣਦੇ ਹਨ, ਪਰ ਕੇਵਲ ਮੱਥਾ ਟਿਕਾਉਣਾ, ਮਾਇਆ ਇਕੱਠੀ ਕਰਨੀ, ਆਪਣੀ ਪੂਜਾ ਤੇ ਮਾਣ ਆਦਰ ਕਰਾਉਣਾ, ਇਹਨਾਂ ਤੋਂ ਬਿਨਾਂ ਹੋਰ ਕੁਝ ਵੀ ਪੱਲੇ ਨਹੀਂ ਹੁੰਦਾ। ਜਿਵੇਂ ਬਾਬੇ ਬਕਾਲੇ 22 ਬਨੌਟੀ ਗੁਰੂ ਬਣ ਬੈਠੇ ਸਨ, ਪਰ ਮੱਖਣ ਸ਼ਾਹ ਜੀ ਨੇ ਪਰਖ ਕੇ ਸਾਰੇ ਤਿਆਗੇ। ਪਹਿਲਾ ਵਸਤ ਸਿਝਾਣ ਕੈ ਤਾਂ ਕੀਚੈ ਵਪਾਰ, ਸੱਚੇ ਗੁਰੂ ਨੂੰ ਪ੍ਰਗਟ ਕਰਕੇ ਸਭ ਜਗਤ ਤੇ ਪਰ ਉਪਕਾਰ ਕੀਤਾ। ਇਉਂ ਬਾਹਰਲੀ ਬਨਾਵਟ ਤੇ ਨਹੀਂ ਫਸਣਾ, ਅਸਲੀਅਤ ਖੋਜਣੀ ਬਹੁਤ ਹੀ ਜ਼ਰੂਰੀ ਹੈ। 10 ਪਾਤਸ਼ਾਹੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਲਯੁਗ ਵਿੱਚ ਕਿਹੜਾ ਗੁਰੂ ਹੈ ਜੋ ਬ੍ਰਹਮ ਵਿਦਿਆ, ਬ੍ਰਹਮ ਗਿਆਨ, ਨਾਮ ਤੇ ਭਾਵ ਭਗਤੀ ਦੀ ਦਾਤ ਬਖਸ਼ੇ। ਗੁਰਮੁਖੀ ਅੱਖਰ ਬ੍ਰਹਮ ਵਿਦਿਆ ਕਿਸੇ ਤਿਆਰ ਪੁਰ ਤਿਆਰ ਦ੍ਰਿੜ ਨਿਸ਼ਚੇ ਵਾਲੇ ਸਿੰਘ ਦੇ ਪਾਸੋਂ ਹੀ ਪੜ੍ਹਨੀ ਚਾਹੀਦੀ ਹੈ। ਗੁਰਮੁਖੀ ਅੱਖਰ ਜੋ ਹੈ ਭਾਈ, ਸਿੰਘ ਤੇ ਸਿੱਖੇ ਜਾਈ, ਰਹਿਤਨਾਮਾ ਭਾਈ ਦੇਸਾ ਸਿੰਘ ਜੀ। ਜਿਸ ਸਿੰਘ ਦਾ ਗੁਰਮਤ, ਗੁਰਬਾਣੀ ਤੇ ਦ੍ਰਿੜ ਨਿਸ਼ਚਾ ਹੈ, ਉਸ ਤੋਂ ਵਿਦਿਆ ਪੜ੍ਹ ਕੇ ਗੁਰਮਤ ਵਿੱਚ ਮਨ ਪਰਪੱਕ ਹੁੰਦਾ ਹੈ। ਸੋ ਜਦੋਂ ਬੱਚਾ ਵਿਦਿਆ ਪੜ੍ਹਨ ਦੇ ਯੋਗ ਹੋ ਜਾਵੇ, ਉਸ ਨੂੰ ਕੁਰੀਤੀਆਂ ਜਾਂ ਕੁਸੰਗਤ ਵੱਲ ਨਹੀਂ ਜਾਣ ਦੇਣਾ ਚਾਹੀਦਾ। ਗੰਦੇ ਸਿਨੇਮੇ, ਗੰਦੇ ਰਿਕਾਰਡ, ਤਾਸ਼, ਜੂਆ, ਗੰਦੀਆਂ ਬੋਲੀਆਂ ਤੇ ਚੋਰੀ ਆਦਿਕ ਵੱਲੋਂ ਰੋਕ ਕੇ ਰੱਖਣਾ ਚਾਹੀਦਾ ਹੈ। ਸਿੱਖ ਸਿੱਖਣੀ ਮਿਲ ਬਹਹਿ,
ਚਰਚਾ ਕਰਹਿ ਅਪਾਰ, ਭਜਨ ਸਿਖਾਵਹਿ ਪੁੱਤਰ ਕੋ। ਹਰ ਭਜ ਬਾਰੰਬਾਰ, ਰਹਿਤ ਨਾਮਾ ਭਾਈ ਸਾਹਿਬ ਸਿੰਘ। ਸਭ ਤੋਂ ਪਹਿਲੀ ਅਧਿਆਪਕਾ ਸਿੱਖਿਆ ਦਾਤੀ ਬੱਚੇ ਦੀ ਮਾਤਾ ਮੰਨੀ ਹੈ। ਜਿਸ ਤਰ੍ਹਾਂ ਦਾ ਉਸ ਦਾ ਜੀਵਨ, ਰਹਿਣੀ ਬਹਿਣੀ ਤੇ ਜਿਸ ਤਰ੍ਹਾਂ ਦੀ ਸਿੱਖਿਆ ਦੇਵੇ, ਬੱਚੇ ਉਸ ਨੂੰ ਗ੍ਰਹਿਣ ਕਰਦੇ ਹਨ। ਜਿਵੇਂ ਸਤਜੁਗ ਵਿੱਚ ਧਰੂ ਦੀ ਮਤਰੇਈ ਮਾਂ ਸਰੂਚੀ ਨੇ ਉਸ ਦੀ ਨਿਰਾਦਰੀ ਕਰਕੇ ਉਸ ਦੇ ਪਿਤਾ ਉਤਾਨਪਾਦ ਰਾਜੇ ਦੀ ਗੋਦ ਵਿੱਚੋਂ ਬਾਹਰ ਕੱਢ ਕੇ ਕਿਹਾ, ਜੇ ਤੂੰ ਰਾਜ ਭਾਗ ਦਾ ਮਾਲਕ ਬਣਨਾ ਹੈ ਤਾਂ ਮੇਰੇ ਪੇਟ ਤੋਂ ਦੁਬਾਰਾ ਜਨਮ ਲੈ। ਤਾਂ ਉਸ ਰੋਂਦੇ ਰੋਂਦੇ ਆਪਣੀ ਮਾਤਾ ਸੁਨੀਤਾ ਪਾਸ ਆ ਕੇ ਪੁੱਛਿਆ, ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਹੋਵਣ ਸਭ ਮੀਤਾ। ਅੱਗੋਂ ਉੱਤਰ ਦਿੱਤਾ, ਹੇ ਪੁੱਤਰ, ਪਰਮੇਸ਼ਰ ਆਰਾਧਿਐ, ਜਿੱਦੋਂ ਹੋਈਐ ਪਤਤ ਪੁਨੀਤਾ। ਵਾਰ 10ਵੀਂ। ਸਿਆਣੀ ਮਾਤਾ ਦੀ ਪ੍ਰੇਰਨਾ ਕਰਕੇ ਜੰਗਲ ਵਿੱਚ ਇੱਕ ਮਨ ਹੋ ਕੇ ਧਰਮ ਦਾ ਹੱਠ ਤੇ ਦ੍ਰਿੜਤਾ ਨਾਲ ਤਪੱਸਿਆ ਕਰਕੇ ਪ੍ਰਸ਼ੰਸਾ ਤੇ ਅਟਲ ਪਦਵੀ ਪ੍ਰਾਪਤ ਕੀਤੀ। 36,000 ਵਰਾ ਮੁਲਕ ਦਾ ਰਾਜ ਵੀ ਕੀਤਾ। ਇਸੇ ਤਰ੍ਹਾਂ ਮਾਤਾ ਸੁਮਿਤਰਾ ਨੇ ਆਪਣੇ ਪੁੱਤਰ ਲਛਮਣ ਨੂੰ ਸ੍ਰੀ ਰਾਮਚੰਦਰ ਜੀ ਨਾਲ ਬਨਵਾਸ ਜਾਣ ਵਾਸਤੇ ਆਖਿਆ, ਸਮਝਾਇਆ ਕਿ ਮਾਤਾ ਜੀ ਨੂੰ ਮਾਤਾ, ਕਿ ਸੀਤਾ ਜੀ ਨੂੰ ਮਾਤਾ ਤੇ ਸ੍ਰੀ ਰਾਮਚੰਦਰ ਜੀ ਨੂੰ ਪਿਤਾ ਬਰਾਬਰ ਸਮਝਣਾ ਅਤੇ ਦੁੱਖ ਸੁੱਖ ਵਿੱਚ ਸਾਥ ਦੇਣਾ। ਇਸ ਉਪਦੇਸ਼ ਨੂੰ ਲਛਮਣ ਜੀ ਨੇ ਕਮਾਇਆ। ਬਨਵਾਸ ਵਿੱਚ ਨਾਲ ਰਹੇ ਅਤੇ ਸੀਤਾ ਦੀ ਪਛਾਣ ਕੇਵਲ ਪੈਰਾਂ ਤੋਂ ਹੀ ਕਰਦੇ ਰਹੇ। ਕਦੇ ਉੱਚੀ ਨਿਗਾਹ ਕਰਕੇ ਚਿਹਰਾ ਤੱਕਿਆ ਤੱਕ ਵੀ ਨਹੀਂ ਸੀ। ਇਸੇ ਤਰ੍ਹਾਂ ਭਗਤ ਫਰੀਦ ਜੀ ਦੀ ਮਾਤਾ, ਜਿਸ ਨੇ ਪੁੱਤਰ ਨੂੰ ਭਗਤੀ ਵੱਲ ਪ੍ਰੇਰਿਆ ਸੀ। ਫਰੀਦ ਜੀ ਨੂੰ ਸ਼ੱਕਰ ਖਾਣ ਦਾ ਬੜਾ ਸ਼ੌਂਕ ਸੀ। ਮਾਤਾ ਕਿਹਾ ਕਰੇ, ਪੁੱਤਰ ਨਮਾਜ਼ ਪੜ੍ਹ। ਫਰੀਦ ਜੀ ਕਿਹਾ ਕਰਨ, ਖੁਦਾ ਕੀ ਦੇਵੇਗਾ? ਤਾਂ ਕਿਹਾ ਕਰੇ, ਸ਼ੱਕਰ ਦੇਵੇਗਾ। ਫਰੀਦ ਜੀ ਦੇ ਨਮਾਜ਼ ਪੜ੍ਹਨ ਤੋਂ ਪਹਿਲਾਂ ਹੀ ਮਾਤਾ ਸ਼ੱਕਰ ਦੀ ਪੁੜੀ ਮੁਸੱਲੇ ਹੇਠ ਰੱਖ ਦਿਆ ਕਰੇ। ਮੁਸੱਲਾ ਹੁੰਦਾ ਹੈ ਨਮਾਜ਼ ਪੜ੍ਹਨ ਵਾਲਾ ਵਿਛਾਈ ਵਾਸਤੇ ਕੱਪੜਾ। ਸੋ ਮੁਸੱਲੇ ਹੇਠਾਂ ਰੱਖ ਦਿਆ ਕਰੇ, ਜੋ ਨਮਾਜ਼ ਪੜ੍ਹਨ ਤੋਂ ਬਾਅਦ ਫਰੀਦ ਜੀ ਆਨੰਦ ਨਾਲ ਛਕ ਲਿਆ ਕਰਨ। ਇਉਂ ਨਿਸ਼ਚਾ ਬਣਾ ਕੇ ਭਗਤੀ ਵੱਲ ਲਾਇਆ ਸੀ। ਇਉਂ ਮਾਤਾ ਦੀ ਸਿੱਖਿਆ ਦਾ ਅਸਰ ਬਹੁਤ ਬੱਚੇ ਤੇ ਪੈਂਦਾ ਹੈ, ਬਲਕਿ ਜੀਵਨ ਉਕਰਿਆ ਹੀ ਮਾਤਾ ਦੀ ਸਿੱਖਿਆ ਤੋਂ ਜਾਂਦਾ ਹੈ। ਸੋ ਸਿੱਖਿਆ ਬਹੁਤ ਹੀ ਚੰਗੀ ਹੋਣੀ ਚਾਹੀਦੀ ਹੈ। ਸੋ ਗੁਰੂ ਰੂਪ ਸਾਧ ਸੰਗਤ ਜੀ, ਅੱਜ ਇੱਥੇ ਹੀ ਸਮਾਪਤੀ ਕਰਦੇ ਹਾਂ। ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਂ ਪੰਜ ਰਾਸੀ